ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਨਾਲ ਸੰਬੰਧਿਤ 3 ਕਾਨੂੰਨ ਪਾਸ ਕੀਤੇ ਗਏ ਆ, ਜਿਨ੍ਹਾਂ ਨੂੰ ਕਿਸਾਨਾਂ ਦੇ ਵੱਲੋਂ ਕਾਲੇ ਕਾਨੂੰਨਾਂ ਦਾ ਨਾਂ ਦਿੱਤਾ ਗਿਆ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਪਰਚੇ ਜਿਹੜੇ ਆ ਦਰਜ ਕਰ ਦਿੱਤੇ ਆ। ਸਰਦਾਰ ਬਲਵੀਰ ਸਿੰਘ ਰਾਜੇਵਾਲ, ਸਰਦਾਰ ਗੁਰਨਾਮ ਸਿੰਘ ਚੰਡੂਨੀ, ਸ੍ਰੀ ਰਕੇਸ਼ ਟਕੈਤ। ਕੇਂਦਰ ਸਰਕਾਰ ਨੂੰ ਇੱਕ ਇਸ਼ਾਰਾ ਕੀਤਾ ਵਾ ਕਿ ਅਸੀਂ ਬੜੇ ਜਾਬਤੇ ਦੇ ਵਿੱਚ ਚੱਲ ਰਹੇ ਹਾਂ, ਅਸੀਂ ਕੁਝ ਵੀ ਕਰ ਸਕਦੇ, ਪਰ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਆਪਣੀ ਮੰਗ ਤੁਹਾਡੇ ਕੋਲ ਲੈ ਕੇ ਆਏ ਹਾਂ ਕਿ ਇਸ ਮੰਗ ਨੂੰ ਜਿਹੜਾ ਮੰਨਿਆ ਜਾਵੇ, ਕਾਨੂੰਨ ਰੱਦ ਕੀਤੇ ਜਾਣ ਤੇ ਅਸੀਂ ਸੁਖੀ ਸ਼ਾਂਤੀ ਆਪਣੇ ਘਰਾਂ ਨੂੰ ਜਾਈਏ। ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਦੇਖੋ, ਅਸੀਂ ਬੜੇ ਜਾਬਤੇ 'ਚ ਹਾਂ, ਅਸੀਂ ਕੇਵਲ ਆਪਣਾ ਇੱਕ ਇਸ਼ਾਰੇ ਮਾਤਰ ਝੰਡਾ ਜਿਹੜਾ ਲਹਿਰਾਇਆ ਵਾ, ਕਿਸੇ ਨੇ ਕੋਈ ਭੰਨ ਤੋੜ ਨਹੀਂ ਕੀਤੀ, ਕੋਈ ਮਾਰ ਕੁਟਾਈ ਨਹੀਂ ਕੀਤੀ। ਕਿਸਾਨ ਯੂਨੀਅਨ ਦੇ ਆਗੂਆਂ ਤੇ ਨੌਜਵਾਨਾਂ ਤੇ ਜਿਹੜੇ ਝੂਠੇ ਪਰਚੇ ਦਰਜ ਕੀਤੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਰੱਦ ਕਰਕੇ ਉਹਨਾਂ ਨਾਲ ਗੱਲਬਾਤ ਜਿਹੜੀ ਤੋਰ ਕੇ ਇਹਦਾ ਮਸਲੇ ਦਾ ਹੱਲ ਕੱਢਿਆ ਜਾਵੇ, ਕਿਉਂਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ, ਮੈਂ ਸਮਝਦਾ ਇਹ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਨਾਲ ਸੰਬੰਧਿਤ 3 ਕਾਨੂੰਨ ਪਾਸ ਕੀਤੇ ਗਏ ਆ, ਜਿਨ੍ਹਾਂ ਨੂੰ ਕਿਸਾਨਾਂ ਦੇ ਵੱਲੋਂ ਕਾਲੇ ਕਾਨੂੰਨਾਂ ਦਾ ਨਾਂ ਦਿੱਤਾ ਗਿਆ। ਔਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸੰਘਰਸ਼ ਜਿਹੜਾ ਉਹ ਪੂਰੇ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚੋਂ ਚੱਲ ਰਿਹਾ ਤੇ ਪੂਰੇ ਸੰਸਾਰ ਦੇ ਵਿੱਚੋਂ ਕਿਸਾਨਾਂ ਨੂੰ ਇਸ ਗੱਲ ਦਾ ਸਮਰਥਨ ਮਿਲ ਰਿਹਾ ਕਿ ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਹੋਣੇ ਚਾਹੀਦੇ ਆ। ਪੰਜਾਬ ਦੇ ਵਿੱਚੋਂ ਇਹ ਸੰਘਰਸ਼ ਉੱਠਿਆ, ਫਿਰ ਹਰਿਆਣੇ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਤੇ 4 ਚਫੇਰਿਓਂ ਹੁਣ ਪੂਰੇ ਭਾਰਤ ਦੇ ਵਿੱਚੋਂ, ਚਾਹੇ ਉਹ ਰਾਜਸਥਾਨ ਆ, ਚਾਹੇ ਉੱਤਰਾਖੰਡ ਆ, ਯੂਪੀ ਆ, ਚਾਹੇ ਉਹ ਕੇਰਲਾ, ਕਰਨਾਟਕ ਆ ਤੇ ਮੱਧ ਪ੍ਰਦੇਸ਼ ਆ, ਮਹਾਰਾਸ਼ਟਰ ਆ, ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਦਿੱਲੀ ਦੇ 4 ਚਫੇਰੇ ਬਾਰਡਰਾਂ ਤੇ ਪਹੁੰਚੇ ਹੋਏ ਆ। ਵਿਦੇਸ਼ਾਂ ਦੇ ਵਿੱਚੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ, ਸਿੱਖ ਤੇ ਗੈਰ ਸਿੱਖ ਸਾਰੇ ਹੀ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਆਪਣੀ ਮੰਗ ਨੂੰ ਲੈ ਕੇ ਬੈਠੇ। ਕੇਂਦਰ ਸਰਕਾਰ ਦੇ ਨਾਲ ਕਈ ਦੌਰ ਗੱਲਬਾਤ ਦੇ ਵੀ ਚੱਲੇ, ਕਈ ਵਾਰ ਗੱਲਬਾਤ ਕਿਸਾਨ ਯੂਨੀਅਨ ਦੇ ਆਗੂਆਂ ਦੀ ਹੋ ਚੁੱਕੀ ਹੈ, ਪਰ ਕਿਸੇ ਕੰਢੇ ਵੱਟੇ ਅਜੇ ਗੱਲ ਨਹੀਂ ਲੱਗੀ। 26 ਤਰੀਕ ਨੂੰ ਜਦੋਂ ਗਣਤੰਤਰ ਦਿਵਸ ਮਨਾਇਆ ਜਾਂਦਾ ਭਾਰਤ ਦੇ ਵਿੱਚ, ਤਾਂ ਉਸ ਵੇਲੇ ਕਿਸਾਨ ਯੂਨੀਅਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਕਿ ਇੱਕ ਕਿਸਾਨ ਪਰੇਡ ਵੀ, ਜਿੱਥੇ ਜਵਾਨਾਂ ਦੀ ਪਰੇਡ ਨਿਕਲੇਗੀ, ਉੱਥੇ ਕਿਸਾਨਾਂ ਦੀ ਇੱਕ ਟਰੈਕਟਰ ਪਰੇਡ ਜਿਹੜੀ ਉਹ ਕੱਢੀ ਜਾਵੇਗੀ। ਤਾਂ ਉਸ ਵੇਲੇ ਜਿਹੜੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ, ਤੁਸੀਂ ਸਾਰਿਆਂ ਨੇ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਉਸ ਦਿਨ ਜਿਹੜਾ ਹੈਗਾ ਕਿਸਾਨੀ ਦਾ ਝੰਡਾ ਜਿਹੜਾ ਉਹ ਲਾਲ ਕਿਲ੍ਹੇ 'ਤੇ ਲਹਿਰਾਇਆ ਜਾਊਗਾ। ਤਾਂ 26 ਤਰੀਕ ਨੂੰ ਜਿਹੜੀ ਕਿਸਾਨ ਪਰੇਡ ਹੋਈ ਆ, ਉਸ ਕਿਸਾਨ ਪਰੇਡ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਮੈਪ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਉਸ ਪਾਸੇ ਜਿਹੜਾ ਸੀ ਟਰੈਕਟਰ ਮਾਰਚ ਕੱਢਿਆ ਗਿਆ। ਇੱਕ ਯੂਨੀਅਨ ਦੇ ਵੱਲੋਂ ਜਿਹੜਾ ਸੀ ਉਹ ਮਾਰਚ ਆਊਟਰ ਰਿੰਗ ਰੋਡ ਦੇ ਉੱਤੇ ਜਿਹੜਾ ਸੀਗਾ ਉਹ ਕੱਢਣ ਦਾ ਆਪਣਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਨੌਜਵਾਨਾਂ ਨੇ ਲਾਲ ਕਿਲ੍ਹੇ ਪਹੁੰਚ ਕੇ, ਲਾਲ ਕਿਲ੍ਹੇ ਜਿੱਥੇ ਤਿਰੰਗਾ ਜਿਹੜਾ ਝੂਲ ਰਿਹਾ ਸੀ, ਉਹ ਤਿਰੰਗੇ ਦੇ ਨੇੜੇ ਹੀ ਉੱਥੇ ਇੱਕ ਨਿਸ਼ਾਨ ਸਾਹਿਬ ਤੇ ਇੱਕ ਕਿਸਾਨੀ ਦਾ ਝੰਡਾ ਜਿਹੜਾ ਸੀ ਉਹ ਝੁਲਾ ਦਿੱਤਾ। ਉਸ ਤੋਂ ਬਾਅਦ ਬੜੇ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਸਾਹਮਣੇ ਆਈ ਆ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਪਰਚੇ ਜਿਹੜੇ ਆ ਦਰਜ ਕਰ ਦਿੱਤੇ ਆ। ਸਰਦਾਰ ਬਲਵੀਰ ਸਿੰਘ ਰਾਜੇਵਾਲ, ਸਰਦਾਰ ਗੁਰਨਾਮ ਸਿੰਘ ਚੰਡੂਨੀ, ਸ੍ਰੀ ਰਕੇਸ਼ ਟਕੈਤ ਔਰ ਹੋਰ ਬਹੁਤ ਸਾਰੇ ਕਿਸਾਨ ਯੂਨੀਅਨ ਦੇ ਆਗੂ ਉੱਥੇ, ਨੌਜਵਾਨ ਦੀਪ ਸਿੱਧੂ ਤੇ ਲੱਖਾ ਸਿਧਾਣਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰ ਕੇ ਇਸ ਮੋਰਚੇ ਦੇ ਵਿੱਚ ਲਿਜਾਣਾ ਕੀਤਾ, ਪਿੰਡਾਂ ਦੇ ਵਿੱਚੋਂ ਵੱਖ-ਵੱਖ ਥਾਵਾਂ 'ਤੇ ਔਰ ਸੋਸ਼ਲ ਮੀਡੀਆ ਦੇ ਰਾਹੀਂ ਅਪੀਲਾਂ ਕਰਕੇ ਉਹਨਾਂ ਦੇ ਉੱਤੇ ਵੀ ਮੁਕੱਦਮੇ ਜਿਹੜੇ ਆ ਉਹ ਦਰਜ ਕੀਤੇ ਗਏ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ 'ਤੇ ਪਰਚਾ ਦਰਜ ਕਰਕੇ ਗੱਲਬਾਤ ਦਾ ਦੌਰ ਜਿਸ ਤਰ੍ਹਾਂ ਬੰਦ ਕਰ ਦਿੱਤਾ ਗਿਆ, ਕਿਉਂਕਿ ਇੱਕ ਪਾਸੇ ਸਖਤ ਧਾਰਾਵਾਂ ਲਾ ਕੇ 307 ਵਰਗੀਆਂ ਧਾਰਾਵਾਂ ਲਾ ਕੇ ਜਿਹੜਾ ਇਹ ਗੱਲਬਾਤ ਦਾ ਦੌਰ ਬੰਦ ਕਰਨਾ, ਕਿਉਂਕਿ ਜਿਹੜੇ ਪਰਚੇ ਰੱਦ ਕੀਤੇ ਆ, ਜਿਨ੍ਹਾਂ 'ਤੇ ਪਰਚੇ ਦਰਜ ਕਰ ਦਿੱਤੇ, ਉਹਨਾਂ ਨਾਲ ਗੱਲਬਾਤ ਦਾ ਦੌਰ ਕਿਵੇਂ ਚੱਲੂਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਨੌਜਵਾਨ ਲੱਖਾ ਸਿਧਾਣਾ ਦੇ ਉੱਤੇ, ਨੌਜਵਾਨ ਦੀਪ ਸਿੱਧੂ ਦੇ ਉੱਤੇ ਤੇ ਹੋਰਾਂ 'ਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਗਏ, ਕੇਂਦਰ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਆ ਤੁਰੰਤ, ਕਿਉਂਕਿ ਇਹਨਾਂ ਨੂੰ ਰੱਦ ਕਰਕੇ ਗੱਲਬਾਤ ਦਾ ਦੌਰ ਜਿਹੜਾ ਉਹ ਜਾਰੀ ਕਰਨਾ ਚਾਹੀਦਾ। ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਊਗਾ ਤੇ ਲਮਕਾਉਣਾ ਵੀ ਨਹੀਂ ਚਾਹੀਦਾ। ਹੁਣ ਤਾਂ ਗੱਲਬਾਤ ਪਹਿਲਾਂ ਵੀ ਬਹੁਤ ਹੋ ਚੁੱਕੀ ਆ।
किसानी मसला जिहड़ा वो हल होना चाहिए, कानून जिहड़े वो रद्द करने चाहिए, जो किसानां दी मंग आ गलबात दा दौर जिहड़ा शुरू करना चाहिए सब तो पहलां तां इस मुकदमिਆਂ ਨੂੰ रद्द करके। दूसरी मैं बेनती करनी चाहुंदा कि ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਜਿਹੜੀਆਂ ਚਾਰ ਸਫੇਰੇ ਦਿੱਲੀ ਦੇ ਬਾਰਡਰਾਂ ਤੇ ਪਹੁੰਚੀਆਂ ਹੋਈਆਂ ਨੇ, ਹਜ਼ਾਰਾਂ ਟਰੈਕਟਰ ਲੱਖਾਂ ਟਰੈਕਟਰ ਜਿਹੜੇ ਉੱਥੇ ਪਹੁੰਚੇ ਹੋਏ ਆ। ਬਹੁਤ ਵਧੀਆ ਪਰੇਡ ਨਿਕਲੀ, ਬੜੀਆਂ ਝਾਕੀਆਂ ਨਿਕਲੀਆਂ। ਲਾਲ ਕਿਲੇ ਤੇ ਝੰਡਾ ਜਿਹੜਾ ਸੀਗਾ ਉਹ ਲਹਿਰਾਇਆ ਗਿਆ, ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ। ਉਹਦੇ ਤੇ ਬੜੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਟਿੱਪਣੀਆਂ ਨੇ, ਜਿਹੜੇ ਵਿਰੋਧੀ ਲੋਕ ਉਹਨਾਂ ਨੇ ਤਾਂ ਕਰਨੀਆਂ ਹੀ ਕਰਨੀਆਂ ਸੀ, ਕਈ ਆਪਣੇ ਆਗੂ ਲੋਕ ਜਿਹੜੇ ਉਹ ਟਿੱਪਣੀਆਂ ਕਰ ਰਹੇ। ਮੈਂ ਸਮਝਦਾ ਇਹ ਬੜੀਆਂ ਦੁਖਦਾਈ ਆ। एडा वड्डा संघर्ष होवे, एडा वड्डा अंदोलन होवे, जे कुछ नौजवानों ने जां कुछ वीरां ने इधर उधर जाके वो भी किसानी नाल संबंधित अपने गुस्से का प्रगटावा कीता वा, केंद्र सरकार नूं एक इशारा कीता वा कि असीं बड़े जाबते दे विच चल रहे हैं, असीं कुछ भी कर सकते, पर असीं कानून दे दायरे च रह के असीं अपनी मंग तुहाडे कोल लैके आए हैं कि इस मंग नूं जिहड़ा मन्निया जावे, कानून रद्द कीते जाण ते असीं सुखी शांति अपने घरां नूं जाईए। सारे लोग जिहड़े लगे हुए आ, मैं किसान यूनीयन के आगुआं नूं भी कहना चाहूँगा कि देखो एक गैर सिख श्री राकेश टिकैत, मैं समझदा इस वेले नैशनल तौर पर लीडर उभरिया, जिसने सारी जिम्मेवारी नूं कबूलिया। वो भज्जिया नहीं इस गल तो, उन्हें कहा भी सारी जिम्मेवारी मैं कबूलदा, जो कुछ होया साडे सद्दे ते लोग आए सीगे, जे किसी ने झंडा चला दिता किड्डी गल है, किसानी का झंडा जां निशान साहब चला दिता, विरोधी लोगों ने तो रौला पाउणा ही आ। लाल किले ते जिहड़ा तिरंगा झुल रहा उहदे च भी तो साडा सारिਆਂ ਦਾ बराबर का योगदान आ, बाकियां नालों सिखां दा वध आ। 92% कुर्बानियां ने सिखां दीआं, ते फिर तिरंगा झुलदा अज भी सरहदां ते सिख फौजी खड़े आ। तिरंगे का किसी ने अपमान नहीं किया, किसी सिख ने। तिरंगे तो नाल लैके गए सी, किसान यूनीयन के आगुआं ने कहा सी तिरंगा लैके मार्च कढ़ना, कुछ जथेबंदियां ने कहा नाल केसरी झंडे भी, किसानी के झंडे भी लैके चलना, तो लैके गए सारे। तिरंगे का किसी ने अपमान नहीं किया। हुण तक एक भी टीवी चैनल ये नहीं दिखा सकिया कि तिरंगे का कोई अपमान होया, तिरंगे का किसी ने अपमान किया। तिरंगा अपनी जगह झूल रहा सी, किसानी का झंडा ते निशान साहब अपनी जगह ते झूल रहे सीगे। ये निशान साहब मैं समझदा किसी लालच विच नहीं किसी ने चलाए, ये भावनावां सी, अपनियां भावनावां दा प्रगटावा किया गया, केंद्र सरकार नूं इशारा किया गया। ये जवानी नूं बदनाम करना, इस गल ते किसी नूं गदार कहना, किसी दे उत्ते टीका टिप्पणी करनी, तुहमतबाजी करनी, ये किसी तरह भी जायज़ नहीं है। चाहे वो दीप सिद्धू आ, चाहे लखा सधाणा वा, चाहे होर नौजवान आ, किसी दे उत्ते इल्जामबाजी जिहड़ी आ, तुहमतबाजी बिल्कुल नहीं करनी चाहिए। तो खास करके मैं बेनती करूँगा साडे सत्कारयोग किसान यूनीयन के आगूआं नूं कि उन्हां नूं तां बिल्कुल नहीं चाहिए। तुसीं देखो राकेश टिकैत जी ने एक भी बयानबाजी उसके खिलाफ नहीं की। उन्होंने कहा सरदारां नूं बदनाम किया जा रहा, किसानां नूं बदनाम किया जा रहा। साडे जिहड़े आगू ने सत्कारयोग उही इस गल नूं जिहड़ा हैगा वो वध इशू बनाउण। उन्होंने देखो सद्भावना, केंद्र सरकार नूं भी देखना चाहिए कि किस तरीके दे नाल उन्होंने एक सद्भावना रैली कढ़ी आ। तिरंगे लैके जिहड़े लाल किले ते भी गए, उन्होंने किन्नियां दे हत्थ विच तिरंगे आ, किन्नियां दे हत्थ च केसरी झंडे आ, किन्नियां दे हत्थ विच किसानी दे झंडे आ। कोई तिरंगे का अपमान किसी ने, और जिहड़े अज कहा जा रहा जी उन्होंने रस्ता दिता गया लाल किले ते जाण दे, मैं समझदा किसी ने कोई रस्ता नहीं दिता। जिस तरह रस्ता 26 नवंबर नूं पंजाब चों हरियाणे च दाखल होण लग्या ते दिल्ली दे बार्डरां तक पहुँचण तक रस्ते बनाए सी नौजवानों ने, इस तरह रस्ते उदण दिल्ली च लाल किले तक बनाए आ। किसी ने कोई रस्ता नहीं दिता उन्होंने, कोई प्लानिंग प्रोग्राम नहीं। मैनूं लगदा ये जिहड़ा सीगा सिख भावनावां दे विचों निकलिया प्रोग्राम सीगा, ते किसान लीडरां ने संयुक्त मोर्चे की स्टेज के उत्ते अनाउंस किया सी। हुण सारियां वीडियो सामने आ रही ने, वो कह रहे सी कि इत्थे प्रधानमंत्री झंडा नहीं फहराऊ, इत्थे राष्ट्रपति ने, इत्थे किसान ही झंडा लहराउणगे। तो उही प्रोग्राम सीगा, ਪਹਿਲਾਂ ਦਿੱਤਾ प्रोग्राम सीगा, उस अनुसार ਜਿਹੜਾ ਉੱਥੇ ਝੰਡਾ ਜਿਹੜਾ ਚਲਾ ਦਿੱਤਾ। मैं बेनती करनी चाहुंदा जिन्ने साडे सत्कारयोग आगू साहबान ने, चाहे वो हरियाणे दे विचों सरदार गुरनाम सिंह चड़ूनी आ, पंजाब विचों सरदार बलवीर सिंह राजेवाल आ, जां होर ने, जे नां ਲਾਂ ते लिस्ट बड़ी लंबी आ, सारे सत्कारयोग आगू साहबान जिन्हां दे सद्दे ते ये 26 तरीक की परेड ਲਈ लोग आए सी, सारिਆਂ ਦੀ ਜ਼ਿੰਮੇਵਾਰੀ कबूलनी चाहिए है, पासे नहीं जाना चाहिए। सारे साडे ही भैन भरा ने, सारे ਜ਼ਿੰਮੇਵਾਰੀ ਉਹਨਾਂ ਦੀ कबूल के दृढ़ता ਦੇ ਨਾਲ केंद्र सरकार ਨੂੰ ਕਹਿਣਾ ਚਾਹੀਦਾ कि देखो असी बड़े जाबते च हाँ, असी केवल अपना एक
ਇਸ਼ਾਰੇ ਮਾਤਰ ਝੰਡਾ ਜਿਹੜਾ ਲਹਿਰਾਇਆ ਵਾ, ਕਿਸੇ ਨੇ ਕੋਈ ਭੰਨ ਤੋੜ ਨਹੀਂ ਕੀਤੀ, ਕੋਈ ਮਾਰ ਕੁਟਾਈ ਨਹੀਂ ਕੀਤੀ। ਐਡੇ ਵੱਡੇ ਇਕੱਠ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖੋ ਗੈਰ ਜਿਹੜੇ ਸਿੱਖ ਉਹਨਾਂ ਨੇ ਵੀ ਲਿਖਿਆ ਕਿ ਲੱਖਾਂ ਲੋਕ ਆਏ, ਹੁਣ ਇੱਕ ਵੀ ਦੁਕਾਨ ਨਹੀਂ ਲੁੱਟੀ ਗਈ, ਕਿਸੇ ਧੀ ਭੈਣ ਨੂੰ ਮਾੜਾ ਨਹੀਂ ਆਖਿਆ, ਕਿਸੇ ਦੁਕਾਨ ਦਾ ਸ਼ਟਰ ਨਹੀਂ ਟੁੱਟਾ, ਕਿਸੇ ਦੀ ਕਾਰ ਨਹੀਂ ਤੋੜੀ, ਕੁਛ ਨਹੀਂ ਕੀਤਾ। ਜਿੱਥੇ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਜ਼ਰੂਰ ਮਾੜਾ ਮੋਟਾ ਜਿਹੜਾ ਟਕਰਾਅ ਆ ਉੱਥੇ ਹੋਇਆ ਵਾ, ਉਸ ਤਰ੍ਹਾਂ ਕਿਤੇ ਕੋਈ ਟਕਰਾਅ ਨਹੀਂ ਹੋਇਆ। ਮੈਂ ਕਿਸਾਨ ਯੂਨੀਅਨਾਂ ਦੇ ਆਗੂ ਸਾਹਿਬਾਨ ਬੜੇ ਹੰਢੇ ਵਰਤੇ ਆ, ਉਹਨਾਂ ਨੇ ਉਮਰਾਂ ਹੰਢਾਈਆਂ ਨੇ, ਸੰਘਰਸ਼ ਕੀਤੇ, ਘੋਲ ਕੀਤੇ। ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ, ਬੜੇ ਸਿਆਣੇ ਸੂਝਵਾਨ ਆਗੂ ਸਾਹਿਬਾਨ ਨੇ ਸਾਰੇ, ਜਿਹੜੇ ਹੁਣ ਤੱਕ ਲੈ ਕੇ ਉੱਥੇ ਲੋਕਾਂ ਨੂੰ ਬੈਠੇ, ਆਪਣੀ ਗੱਲਬਾਤ ਲੈ ਕੇ ਬੈਠੇ ਆ। ਔਰ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰਿਆਂ ਨੂੰ ਕਲਾਵੇ 'ਚ ਲੈਣਾ ਚਾਹੀਦਾ। ਇਹ ਸਾਰਿਆਂ ਤੋਂ ਬਿਨਾਂ, ਨਾ ਨੌਜਵਾਨਾਂ ਤੋਂ ਬਿਨਾਂ ਸਰਨਾ, ਨਾ ਬਜ਼ੁਰਗਾਂ, ਨਾ ਮਾਤਾਵਾਂ ਬੀਬੀਆਂ, ਜਿੰਨੇ ਲੰਗਰ ਲੱਗੇ ਆ, ਨਿਹੰਗ ਸਿੰਘ ਫੌਜਾਂ ਨੇ, ਕਿਸੇ ਤੋਂ ਬਿਨਾਂ ਨਹੀਂ ਸਰਨਾ। ਸਾਰਿਆਂ ਦੀ ਲੋੜ ਆ ਉੱਥੇ, ਜਿੰਨੇ ਲੰਗਰ ਲੱਗੇ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ, ਕਿਸਾਨੀ ਦੇ ਨਾਂ ਦੇ ਉੱਤੇ। ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਿੱਖ ਮਦਦ ਕਰ ਰਹੇ ਆ, ਗੈਰ ਸਿੱਖ ਵੀ ਮਦਦ ਕਰ ਰਹੇ ਆ, ਕਿਸਾਨੀ ਨੂੰ ਮਦਦ ਕਰ ਰਹੇ ਆ। ਜਿਹੜੇ ਬਹੁਤੇ ਲੋਕ ਗਏ ਆ, ਸਾਡੇ ਕਈ ਬਹੁਤੇ ਆਗੂਆਂ ਨੂੰ, ਯੂਨੀਅਨ ਦੇ ਆਗੂਆਂ ਨੂੰ ਜਾਣਦੇ ਵੀ ਨਹੀਂ ਸੀ, ਨੌਜਵਾਨਾਂ ਨੂੰ ਪ੍ਰੇਰਿਆ। ਸਾਡੇ ਨਿੱਜੀ ਗਿਲੇ ਸ਼ਿਕਵੇ ਕਿਸੇ ਨਾਲ ਹੋ ਸਕਦੇ ਆ, ਸਾਡੀਆਂ ਭਾਵਨਾਵਾਂ ਕੁਛ ਹੋ ਸਕਦੀਆਂ, ਪਰ ਇਹ ਕਿਸਾਨੀ ਦਾ ਸੰਘਰਸ਼ ਆ, ਇੱਥੇ ਨਿੱਜੀ ਗਿਲੇ ਸ਼ਿਕਵੇ ਬਹੁਤ ਛੋਟੇ ਆ, ਨਿੱਜੀ ਗੱਲਾਂ ਬਹੁਤ ਛੋਟੀਆਂ ਰਹਿ ਜਾਂਦੀਆਂ, ਜਿਹੜੀਆਂ ਸਾਡੀਆਂ ਸਟੇਟ ਪੱਧਰ 'ਤੇ ਕੋਈ ਇੱਥੇ ਆ ਕੇ ਤੁਸੀਂ ਨਿਬੜ ਲਿਓ। ਇਹ ਹੁਣ ਪੂਰਾ ਦੇਸ਼, ਪੂਰੀ ਦੁਨੀਆ ਇਹਦੇ ਵੱਲ ਦੇਖ ਰਹੀ ਹੈ, ਸੰਘਰਸ਼ ਵੱਲ, ਅਤੇ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਇੱਕ ਦੂਜੇ ਨੂੰ ਖਾਲੀ ਨਾ ਛੱਡੋ। ਤੁਸੀਂ ਤਾਂ ਜੇਕਰ ਨੌਜਵਾਨਾਂ ਨੂੰ, ਚਾਹੇ ਦੀਪ ਸਿੱਧੂ ਆ, ਚਾਹੇ ਲੱਖਾ ਸਿਧਾਣਾ, ਚਾਹੇ ਹੋਰ, ਜੇ ਉਹਨਾਂ ਨੂੰ ਪਾਸੇ ਛੱਡ ਦਿਓ ਕਿ ਉਹ ਤਾਂ ਤੁਸੀਂ ਸਰਕਾਰ ਦੇ ਤਸ਼ੱਦਦ ਦਾ, ਉਹਨਾਂ ਨੂੰ ਜਿਹੜਾ ਹੈਗਾ ਸਰਕਾਰ ਦਾ ਖਾਜਾ ਬਣਾ ਰਹੇ ਹੋ, ਵੀ ਇਹਨਾਂ ਦੇ ਉੱਤੇ ਜੋ ਮਰਜ਼ੀ ਤੁਸੀਂ ਜ਼ਿਆਦਤੀ ਕਰ ਲਓ, ਸਾਡਾ ਕੋਈ ਵਾਹ ਵਾਸਤਾ ਨਹੀਂ। ਬਿਲਕੁਲ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਤੁਹਾਨੂੰ ਇਹ ਸਮਝਣਾ ਚਾਹੀਦਾ ਇਹਨਾਂ ਨੌਜਵਾਨਾਂ ਨੇ ਕਿਵੇਂ ਨੌਜਵਾਨਾਂ ਨੂੰ ਪ੍ਰੇਰਿਆ, ਕਿਵੇਂ ਪੰਜਾਬ ਦੀ ਧਰਤੀ, ਹਰਿਆਣਾ ਜਾਂ ਵੱਖ-ਵੱਖ ਥਾਵਾਂ 'ਤੇ ਪ੍ਰੇਰ ਕੇ ਸਾਰਿਆਂ ਨੂੰ ਉੱਥੇ ਲੈ ਕੇ ਗਏ ਆ। ਤੁਹਾਡਾ ਜਿੱਥੇ ਯੋਗਦਾਨ, ਇਹਨਾਂ ਦਾ ਵੀ ਯੋਗਦਾਨ, ਹਰ ਇੱਕ ਦਾ ਜਿਨ੍ਹਾਂ ਨੇ ਵੀ ਯੋਗਦਾਨ, ਕਿਸੇ ਨੇ ਥੋੜ੍ਹਾ, ਕਿਸੇ ਨੇ ਬਹੁਤਾ ਦਿੱਤਾ। ਨੌਜਵਾਨਾਂ ਨੂੰ ਪ੍ਰੇਰ ਕੇ ਲਗਾਏ, ਇਹਨਾਂ ਨੂੰ ਖਾਲੀ ਨਾ ਛੱਡੋ। ਤੁਹਾਨੂੰ ਅੱਜ ਕਹਿਣਾ ਚਾਹੀਦਾ, ਇਹ ਨਹੀਂ ਕਹਿਣਾ ਚਾਹੀਦਾ ਉਹ ਸਾਡਾ ਨਹੀਂ, ਆ ਫਲਾਣਾ ਗਦਾਰ ਆ। ਕਿਸੇ ਨੂੰ ਇਸ ਤਰ੍ਹਾਂ ਗਦਾਰੀ ਦੇ ਜਿਹੜੇ ਹੈਗੇ ਆ ਉਹ ਤਮਗੇ ਨਾ ਦਿਓ, ਕਿਸੇ ਨੂੰ ਗਦਾਰੀ ਦੇ ਜਿਹੜੇ ਲਕਬ ਨਾ ਦਿਓ। ਸਾਰੇ ਸਾਡੇ ਆਪਣੇ ਆ। ਸੰਘਰਸ਼ ਬਹੁਤ ਵੱਡਾ ਵਾ, ਇਹਦੇ 'ਚ ਕੋਈ ਸਰਦਾਰ ਭਗਤ ਸਿੰਘ ਵਾਂਗੂ ਕੰਮ ਕਰ ਰਿਹਾ, ਜਿਸ ਤਰ੍ਹਾਂ ਆਜ਼ਾਦੀ ਦੇ ਵਾਸਤੇ ਸਰਦਾਰ ਭਗਤ ਸਿੰਘ ਕਰ ਰਹੇ। ਇੱਕ ਪਾਸੇ ਮਹਾਤਮਾ ਗਾਂਧੀ ਉਹ ਅਹਿੰਸਾ ਨਾਲ ਕਰ ਰਹੇ ਸੀ, ਇੱਕ ਪਾਸੇ ਹਿੰਸਾ ਸੀ, ਇੱਕ ਪਾਸੇ ਉਹਨਾਂ ਨੇ ਅਸੈਂਬਲੀ 'ਚ ਬੰਬ ਸੁੱਟ ਕੇ ਆਪਣੀ ਗੱਲ ਜਿਹੜੀ ਸੀ ਪਹੁੰਚਾਈ ਸੀਗੀ। ਤੁਸੀਂ ਆਊਟਰ ਰਿੰਗ ਰੋਡ ਤੋਂ ਪਾਸੇ ਮਾਰਚ ਕੱਢ ਲਿਆ, ਕਿਸੇ ਨੇ ਆਊਟਰ ਰਿੰਗ ਰੋਡ 'ਤੇ ਕੱਢ ਲਿਆ, ਕਿਸੇ ਨੇ ਲਾਲ ਕਿਲ੍ਹੇ 'ਤੇ ਜਾ ਕੇ ਕਿਸਾਨੀ ਦਾ ਝੰਡਾ ਲਾ ਦਿੱਤਾ, ਜਾਂ ਨਿਸ਼ਾਨ ਸਾਹਿਬ ਅੱਗੇ ਨਹੀਂ ਉੱਥੇ ਲੱਗਦਾ। ਜਦੋਂ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਵਾ, ਅਤੇ ਉੱਥੇ ਨਿਸ਼ਾਨ ਸਾਹਿਬ ਜਿਹੜਾ ਪਹਿਲਾਂ ਵੀ ਝੂਲਦਾ, ਲਾਲ ਕਿਲ੍ਹਾ ਇੱਕ ਬਿਲਡਿੰਗ ਆ, ਬਿਲਡਿੰਗ ਦੇ ਉੱਤੇ ਜਿਹੜਾ ਹੈਗਾ ਨਿਸ਼ਾਨ ਸਾਹਿਬ ਪਹਿਲਾਂ ਵੀ ਝੂਲਦਾ, ਅੱਜ ਝੁਲਾ ਦਿੱਤਾ, ਖਾਲੀ ਪਏ ਪੋਲ ਦੇ ਉੱਤੇ ਝੁਲਾ ਦਿੱਤਾ, ਜਾਂ ਕਿਸੇ ਗੁੰਬਜੀ 'ਤੇ ਬਿਨਾਂ ਤਿਰੰਗੇ ਦਾ ਨੁਕਸਾਨ ਕੀਤੇ, ਬਿਨਾਂ ਤਿਰੰਗੇ ਦੀ ਬੇਅਦਬੀ ਕੀਤੇ। ਇਹ ਸਾਰਾ ਕੁਝ ਜਿਹੜਾ ਵਰਤਾਰਾ ਵਰਤਿਆ। ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਰੇ ਏਕਤਾ 'ਚ ਆਉਣ ਦੀ ਲੋੜ ਆ। ਦੇਖੋ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਕੇਸ਼ ਟਿਕੈਤ ਇਸ ਵੇਲੇ ਨੈਸ਼ਨਲ ਲੀਡਰ ਬਣ ਕੇ ਉੱਭਰਿਆ। ਮੈਂ ਸਤਿਕਾਰ ਕਰਦਾ ਉਸ ਬੰਦੇ ਦਾ ਕਿ ਉਸਨੇ ਦੇਖੋ ਇੱਕ ਵਾਰੀ ਜਿਹੜਾ ਖਿੰਡਣ ਲੱਗਿਆ ਸੀਗਾ ਮੋਰਚਾ, ਉਹਨੂੰ ਦੁਬਾਰਾ ਖੜਾ ਕਰ ਦਿੱਤਾ। ਕਿੱਡੀ ਬਹਾਦਰੀ ਦੇ ਨਾਲ ਅੱਧੀ ਰਾਤ ਨੂੰ ਲੋਕਾਂ ਨੂੰ ਘਰਾਂ 'ਚੋਂ ਉਠਾ ਲਿਆ। ਲੋਕ ਘਰਾਂ 'ਚੋਂ ਅੱਧੀ ਰਾਤ ਨੂੰ ਤੁਰ ਪਏ ਕਿ ਸਾਡੀ ਜਿਹੜੀ ਕਿਸਾਨੀ ਦੀ ਮੰਗ ਉੱਥੇ ਹੀ ਖੜੀ ਆ। ਉਹਨੇ ਕਿਸ ਤਰੀਕੇ ਦੇ ਨਾਲ ਵੇਖੋ ਉਹਦੇ ਜਵਾਬ ਤੁਸੀਂ ਦੇਖੋ ਕਿੱਡੀ ਬੇਬਾਕੀ ਦੇ ਨਾਲ, ਕਿ ਬਰਾਤ ਦੇ ਵਿੱਚ ਜੇ 4 ਸ਼ਰਾਬੀ ਆ ਜਾਣ, ਉਹਨਾਂ ਕਰਕੇ ਡੀਜੇ ਬੰਦ ਨਹੀਂ ਹੁੰਦਾ, ਉਹਨਾਂ ਕਰਕੇ ਬਰਾਤ ਖਾਲੀ ਨਹੀਂ ਮੁੜ ਜਾਂਦੀ, ਬਰਾਤ ਡੋਲੀ ਵਿਆਹ ਕੇ ਜਾਂਦੀ ਹੈ। ਸੋ ਜੇ ਤੁਹਾਨੂੰ ਲੱਗਦਾ ਵੀ 4 ਨੌਜਵਾਨਾਂ ਨੇ ਤੁਹਾਡੇ ਅਨੁਸਾਰ ਵੀ ਇੱਧਰ ਉੱਧਰ ਕੁਛ ਕਰ ਦਿੱਤਾ, ਇਹਦਾ ਮਤਲਬ ਇਹ ਨਹੀਂ ਹੈ ਕਿ ਮੋਰਚਾ ਫੇਲ ਹੋ ਗਿਆ ਜਾਂ ਮੋਰਚਾ ਛੱਡ ਦਿੱਤਾ। ਮੋਰਚਾ ਸਰਕਾਰ ਨਾਲ ਗੱਲਬਾਤ ਕਰਕੇ ਇਹਨੂੰ ਅੱਗੇ ਤੋਰਿਆ ਜਾਵੇ, ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਨਾਈਆਂ ਜਾਣ, ਔਰ ਸਾਰੇ ਏਕਤਾ ਦੇ ਵਿੱਚ, ਕਿਸੇ ਨੂੰ ਪਰੇ ਨਾ ਕੱਢੋ, ਸਾਰਿਆਂ ਨੂੰ ਕਲਾਵੇ ਚਲਾਓ। ਸਾਰੇ ਉਸੇ ਤਰ੍ਹਾਂ ਜਿੰਨਾ ਲੰਗਰ ਲਾਏ ਆ, ਮੈਡੀਕਲ ਸਹੂਲਤਾਂ ਨੇ, ਜਿਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਆ, ਟਰੈਕਟਰ ਅੱਗੇ ਨਾਲੋਂ ਵੱਧ ਉਧਰ ਨੂੰ ਤੁਰੇ ਹੋਏ ਆ ਸਾਰੇ ਜਿਹੜੇ ਆ ਪੰਜਾਬ 'ਚੋਂ, ਹਰਿਆਣੇ ਦੇ ਵਿੱਚੋਂ। ਇਹ ਨਹੀਂ ਹੈ ਕੋਈ ਕਿਸੇ 'ਚ ਨਿਰਾਸ਼ਤਾ। ਜਿਹੜੇ ਕੇਵਲ 26 ਤਰੀਕ ਦੀ ਪਰੇਡ ਵਾਸਤੇ ਗਏ ਸੀ, ਉਹਨਾਂ ਨੇ ਤਾਂ ਵਾਪਸ ਆਉਣਾ ਸੀ, ਉਹ ਵਾਪਸ ਆ ਗਏ। ਬਾਕੀ ਹੋਰ ਅੱਗੇ ਨਾਲੋਂ ਵੀ ਵੱਧ ਜਿਹੜੇ ਆ ਉਧਰ ਨੂੰ ਤੁਰੇ ਹੋਏ ਆ। ਤੇ ਖਾਸ ਕਰਕੇ 4 ਸਫੇਰੇ ਹੀ ਹੁਣ ਗਾਜੀਪੁਰ ਵਾਲੇ ਪਾਸੇ ਦੇਖੋ ਕਿਸ ਤਰ੍ਹਾਂ ਹੜ੍ਹ ਆਇਆ ਪਿਆ ਸੰਗਤਾਂ ਦਾ, ਕਿੰਨੀਆਂ ਸੰਗਤਾਂ ਉਧਰ ਗਈਆਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪਰਚੇ ਰੱਦ ਕਰਾਉਣੇ ਚਾਹੀਦੇ ਆ, ਇਸ ਪਾਸੇ ਧਿਆਨ ਦੇਣਾ ਚਾਹੀਦਾ
ਕਿ ਜਿਹੜੇ ਸਾਡੇ ਲੋਕ ਉੱਥੇ ਬੇਕਸੂਰ ਕੁੱਟੇ ਗਏ ਆ, ਜਿਹੜੇ ਬੇਕਸੂਰ ਫੜੇ ਗਏ ਆ, ਉਹਨਾਂ ਨੂੰ ਛੁਡਵਾਉਣਾ ਚਾਹੀਦਾ। ਯੂਨੀਅਨਾਂ ਨੂੰ, ਸਾਡੇ ਆਗੂਆਂ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ। ਮੈਂ ਬੇਨਤੀ ਕਰਨੀ ਚਾਹੁੰਦਾ, ਮੇਰੇ ਨਾਲੋਂ ਸਿਆਣੇ ਨੇ, ਵੀ ਉਹ ਜਿਹੜੇ ਫੜੇ ਗਏ ਉਹਨਾਂ ਦੀ ਗੱਲ ਕਰੋ, ਜਿਨ੍ਹਾਂ 'ਤੇ ਤਸ਼ੱਦਦ ਹੋਇਆ ਉਹਨਾਂ ਦੀ ਗੱਲ ਕਰੋ, ਵੀ ਇਹ ਧੱਕਾ ਨਾ ਹੋਵੇ। ਗੱਲਬਾਤ ਦਾ ਦੌਰ ਚੱਲ ਰਿਹਾ ਕੇਂਦਰ ਸਰਕਾਰ ਦੇ ਨਾਲ, ਅਤੇ ਕੇਂਦਰ ਸਰਕਾਰ ਇਹ ਕਿਸਾਨ ਯੂਨੀਅਨ ਦੇ ਆਗੂਆਂ 'ਤੇ, ਨੌਜਵਾਨਾਂ 'ਤੇ ਜਿਹੜੇ ਝੂਠੇ ਪਰਚੇ ਦਰਜ ਕੀਤੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਰੱਦ ਕਰਕੇ ਉਹਨਾਂ ਨਾਲ ਗੱਲਬਾਤ ਜਿਹੜੀ ਤੋਰ ਕੇ ਇਹਦਾ ਮਸਲੇ ਦਾ ਹੱਲ ਕੱਢਿਆ ਜਾਵੇ, ਕਿਉਂਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ, ਮੈਂ ਸਮਝਦਾ ਇਹ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਇਹਨੂੰ ਇਸ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ। ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ, ਅਮਨ ਸ਼ਾਂਤੀ ਸੁੱਖ ਸ਼ਾਂਤੀ ਦੇ ਨਾਲ ਇਹਦਾ ਹੱਲ ਜਿਹੜਾ ਉਹ ਨਿਕਲੇ, ਅਤੇ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਨਾਲ ਸਮਾਪਤ ਹੋਵੇ। ਮੈਂ ਹੀ ਬੇਨਤੀ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨਾਂ ਨੂੰ ਕਰਨੀ ਚਾਹੁੰਦਾ, ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਇਹ ਪਰਚਿਆਂ ਨੂੰ ਰੱਦ ਕਰਕੇ ਗੱਲਬਾਤ ਦਾ ਦੌਰ ਜਾਰੀ ਕਰੇ, ਗੱਲਬਾਤ ਅੱਗੇ ਤੁਰੇ ਅਤੇ ਮਸਲੇ ਦਾ ਹੱਲ ਨਿਕਲੇ, ਅਤੇ ਜਿਹੜੇ ਮੁਕੱਦਮੇ ਦਰਜ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਵੇ, ਅਤੇ ਯੂਨੀਅਨਾਂ ਦੇ ਆਗੂ ਸਾਰਿਆਂ ਨੂੰ ਕਲਾਵੇ 'ਚ ਲੈਣ। ਕਿਸੇ ਨੂੰ ਇੱਦਾਂ ਵੱਖਰਾ ਨਾ ਕੱਢਿਆ ਜਾਵੇ ਕਿ ਕੋਈ ਤਸ਼ੱਦਦ ਦਾ ਸ਼ਿਕਾਰ। ਇਹ ਜਿਹੜੇ ਤਖੱਲਸ ਦਿੱਤੇ ਜਾਂਦੇ, ਲਕਬ ਦਿੱਤੇ ਜਾਂਦੇ ਆ, ਇਹ ਤਾਂ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਦੇ ਲਵੋ, ਪਰ ਇਹਨਾਂ ਗੱਲਾਂ ਦਾ ਹੱਲ ਨਹੀਂ ਆ। ਹਰ ਬੰਦਾ ਆਪਣਾ ਯੋਗਦਾਨ ਪਾ ਰਿਹਾ ਇਸ ਵਿੱਚ, ਸਾਰੇ ਕਿਸਾਨੀ ਨਾਲ ਜੁੜੇ ਆ। ਜਿਹੜਾ ਕੋਈ ਇਸ ਮਸਲੇ ਦੇ ਖਿਲਾਫ ਮੰਦਭਾਵਨਾ ਨਾਲ ਕੰਮ ਕਰੂਗਾ, ਉਹਨੂੰ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਆਪ ਨਿਬੜੂਗਾ। ਇਸ ਕਰਕੇ ਸਾਰਿਆਂ ਨੂੰ ਸ਼ੁਭ ਭਾਵਨਾ ਦੇ ਨਾਲ ਇਸ ਦਾ ਦੇਸ਼ ਦੇ ਵਿੱਚ ਜਿਹੜਾ ਕਿਸਾਨੀ ਦਾ ਮਸਲਾ, ਕਿਉਂਕਿ ਅਬਾਨੀਆਂ ਅਡਾਨੀਆਂ ਦੇ ਨਾਲ ਜਿਹੜੀ ਲੜਾਈ ਆ, ਕਿ ਅਬਾਨੀ ਅਡਾਨੀ ਸਾਡੀਆਂ ਜ਼ਮੀਨਾਂ ਦੇ ਕਾਬਜ਼ ਨਹੀਂ ਹੋਣਗੇ, ਕਿਸਾਨਾਂ ਦੀਆਂ ਜ਼ਮੀਨਾਂ ਨੇ, ਕਿਸਾਨ ਹੀ ਇੱਥੇ ਖੇਤੀ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੈਨੂੰ ਪੂਰੀ ਆਸ ਆ ਕਿ ਸਾਰੇ ਨੌਜਵਾਨ ਵੀਰ ਕਿਸਾਨ ਯੂਨੀਅਨਾਂ ਦੇ ਆਗੂ ਜਿਹੜੇ ਆ ਉਹ ਜ਼ਰੂਰ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ, ਅਤੇ ਕੇਂਦਰ ਸਰਕਾਰ ਨੂੰ ਅਪੀਲ ਆ ਕਿ ਸੁਣਨਾ ਨਾ ਸੁਣਨਾ ਉਹਨਾਂ ਦੀ ਮਰਜ਼ੀ ਆ, ਕਿ ਉਹਨਾਂ ਨੂੰ ਤੁਰੰਤ ਇਹ ਕੇਸ ਰੱਦ ਕਰਨੇ ਚਾਹੀਦੇ। ਜਿਹੜੇ ਫੜੇ ਗਏ ਸਿੱਖ ਆ ਉਹ ਰਿਹਾ ਕਰਨੇ, ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਜਿਹੜੇ ਫੜੇ ਹੋਏ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।